ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਜਣ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ करे तनखे, गावे को जी लै फिरदे, गावे को जापै दिसै दूर, गावे को वेखे हारा दूर। कथ ना कथी ना वै टोट, कथ कथ कथी कोटि कोट कोट। देंदा दे लैंदे थक बाहें, जुगा जुगंतर खाही खाहें। हुक्मी हुक्म चलाए रहा, नानक विगसै वे परवाह। हुक्मी हुक्म चलाए रहा, नानक विगसै वे परवाह। वाहिगुरु जी का खालसा, वाहिगुरु जी की फतेह। ਆਪਾਂ ਪਿਛਲੇ ਸਮੇਂ ਤੋਂ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹਾਂ, ਜਿਸ ਦੀਆਂ ਦੋ ਪੌੜੀਆਂ ਆਪਾਂ ਪਿੱਛੇ ਵਿਚਾਰ ਆਏ ਹਾਂ। ਅੱਜ ਤੀਸਰੀ ਪੌੜੀ ਦਾ ਪਾਠ ਸਾਰਿਆਂ ਨੇ ਸਰਵਣ ਕੀਤਾ ਹੈ। ਅੱਜ ਦੀ ਪੌੜੀ ਦੇ ਅੰਦਰ ਸਤਿਗੁਰੂ ਜੀ ਦ੍ਰਿਸ਼ਟਾਂਤ ਦਿੰਦੇ ਰਹੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਕਿ ਗਾਵੇ ਕੋ ਤਾਣ, ਤਾਣ ਦਾ ਭਾਵ ਹੈ ਬਲ, ਕਿ ਪਰਿਪੂਰਨ ਪਰਮਾਤਮਾ ਜੀ ਦੇ ਸੰਸਾਰ ਦੇ ਅੰਦਰ ਵਰਤਦੇ ਹੋਏ ਬਲ ਨੂੰ ਵੇਖ ਕੇ ਕੋਈ ਉਸ ਦੀ ਸਿਫਤ ਸਲਾਹ ਕਰ ਰਿਹਾ ਹੈ, ਕੋਈ ਉਸ ਨੂੰ ਗਾ ਰਿਹਾ। ਔਰ ਜੇ ਸੰਸਾਰ ਦੇ ਅੰਦਰ ਗੱਲ ਕਰੀਏ ਤੇ ਸਰਬੱਤ ਸੰਸਾਰ ਦੇ ਅੰਦਰ ਇੱਕ ਪਰਿਪੂਰਨ ਪਰਮਾਤਮਾ ਜੀ ਦਾ ਬਲ ਵਰਤ ਰਿਹਾ। ਭਾਵੇਂ ਉਹ ਜੀਵ ਜੰਤੂ ਨੇ, ਭਾਵੇਂ ਉਹ ਪਸ਼ੂ ਪੰਛੀ ਨੇ, ਭਾਵੇਂ ਨਦੀ ਨਾਲੇ ਸਮੁੰਦਰ ਹੈ, ਜਾਂ ਧਰਤੀ ਸੂਰਜ ਪਾਤਾਲ ਗ੍ਰਹਿ, ਇਹ ਸਾਰਾ ਨਿਜ਼ਾਮ ਪਰਿਪੂਰਨ ਪਰਮਾਤਮਾ ਜੀ ਦੇ ਬਲ ਦੇ ਸਦਕਾ ਚੱਲ ਰਿਹਾ। ਜੇ ਹਵਾ ਵੀ ਸਾਡੀ ਸੇਵਾ ਕਰ ਰਹੀ ਹੈ ਤੇ ਹਵਾ ਵੀ ਉਹਦੇ ਹੁਕਮ ਦੇ ਅੰਦਰ ਸਾਡੀ ਸੇਵਾ ਕਰ ਰਹੀ ਹੈ ਔਰ ਸਾਨੂੰ ਜੀਵਨ ਪ੍ਰਦਾਨ ਕਰ ਰਹੀ ਹੈ। ਜੇ ਅੱਗ ਦੀ ਗੱਲ ਕਰੀਏ ਤੇ ਅੱਗ ਵੀ ਉਹਦੇ ਹੁਕਮ ਦੇ ਅੰਦਰ ਬੰਨੀ ਹੋਈ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਔਰ ਜੇ ਪਾਣੀ ਦੀ ਗੱਲ ਕਰੀਏ ਤੇ ਪਾਣੀ ਵੀ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਬੰਨਿਆ ਹੋਇਆ, ਉਸ ਦੇ ਬਲ ਦੇ ਅੰਦਰ ਬੰਨਿਆ ਹੋਇਆ ਹੀ ਕੰਮ ਕਰ ਰਿਹਾ। ਹੁਣ ਇਨਸਾਨ ਇਹ ਕਹੇਗਾ ਕਿ ਜਦੋਂ ਹਵਾ ਤੂਫਾਨੀ ਵੇਗ ਧਾਰਨ ਕਰ ਲੈਂਦੀ ਹੈ, ਉਦੋਂ ਘਰਾਂ ਦੇ ਘਰ ਵੀ ਬਰਬਾਦ ਕਰ ਦਿੰਦੀ ਹੈ, ਔਰ ਉਦੋਂ ਨਗਰਾਂ ਦੇ ਨਗਰ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀ ਹੈ। ਜਾਂ ਪਾਣੀ ਜਦੋਂ ਹੜ੍ਹ ਦਾ ਰੂਪ ਧਾਰਨ ਕਰਦਾ ਹੈ, ਪਾਣੀ ਉਸ ਦੇ ਬਲ ਦੇ ਅੰਦਰ ਵਰਤਦਾ ਹੋਇਆ ਪਿਆਸੇ ਦੀ ਪਿਆਸ ਨੂੰ ਬੁਝਾਉਂਦਾ ਹੈ, ਕਈ ਤਰ੍ਹਾਂ ਦੀ ਫਸਲ ਸਾਨੂੰ ਪ੍ਰਦਾਨ ਕਰਦਾ ਹੈ। ਔਰ ਇਨਸਾਨ ਕਹੇਗਾ ਕਿ ਇਹ ਸਭ ਕੁਝ ਚਲੋ ਉਹਦੇ ਬਲ ਦੇ ਅੰਦਰ ਹੋ ਰਿਹਾ ਹੈ, ਪਰ ਜਦੋਂ ਪਾਣੀ ਆਪ ਉਧਰਾ ਹੋ ਜਾਂਦਾ ਹੈ, ਪਾਣੀ ਹੜ੍ਹ ਦਾ ਰੂਪ ਧਾਰਨ ਕਰਦਾ ਹੈ, ਨਦੀ ਜਾਂ ਸਮੁੰਦਰ ਹੜ੍ਹ ਦਾ ਰੂਪ ਧਾਰਨ ਕਰਦੇ ਨੇ, ਉਦੋਂ ਨਗਰਾਂ ਦੇ ਨਗਰ, ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ। ਤੇ ਕੀ ਇਹ ਵੀ ਉਹਦੇ ਬਲ ਦੇ ਅੰਦਰ ਹੀ ਹੈ? ਇਹ ਵੀ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ? ਹਾਂਜੀ। ਕਿ ਬਾਬਾ ਫਰੀਦ ਜੀ ਇੱਕ ਦਿਨ ਦਰਿਆ ਦੇ ਕੰਢੇ ਦੇ ਉੱਤੇ ਖੜੇ ਨੇ, ਦਰਿਆ ਵਾਲੇ ਪਾਸੇ ਵੇਖ ਰਹੇ ਨੇ। ਦਰਿਆ ਨੇ ਜਦੋਂ ਵੇਖਿਆ ਤੇ ਕਹਿਣ ਲੱਗਾ, ਬਾਬਾ ਫਰੀਦ ਕੀ ਵੇਖ ਰਹੇ ਹੈ? ਜੇ ਤੂੰ ਇਹ ਵੇਖ ਰਿਹਾ ਕਿ ਮੇਰੇ ਵਗਦੇ ਹੋਏ ਵੇਗ ਦੇ ਕਾਰਨ ਫਸਲਾਂ ਤਬਾਹ ਹੋ ਗਈਆਂ ਨੇ, ਜੇ ਤੂੰ ਵੇਖ ਰਿਹਾ ਕਿ ਮੇਰੇ ਪਾਣੀ ਦੇ ਬਹਾਅ ਦੇ ਕਾਰਨ ਲੋਕਾਂ ਦੇ ਘਰ, ਝੁੱਗੀਆਂ ਝੋਪੜੀਆਂ ਸਾਰੀਆਂ ਰੁੜ ਗਈਆਂ ਨੇ, ਜੇ ਤੂੰ ਇਹ ਵੇਖ ਰਿਹਾ ਕਿ ਮੇਰੇ ਉਛਲਦੇ ਹੋਏ ਪਾਣੀ ਦੇ ਵਿੱਚ ਜੀਵ ਜੰਤੂ, ਪਸ਼ੂ ਪੰਛੀ ਔਰ ਮਨੁੱਖ ਰੁੜਦੇ ਜਾ ਰਹੇ ਨੇ, ਤੇ ਇਹ ਮੈਂ ਆਪ ਉਧਰਾ ਹੋ ਕੇ ਕਰ ਰਿਹਾ, ਤੇ ਨਹੀਂ, ਇਹ ਮੈਂ ਆਪ ਉਧਰਾ ਹੋ ਕੇ ਨਹੀਂ ਕਰ ਰਿਹਾ, ਬਲਕਿ ਇਹਦੇ ਵਿੱਚ ਵੀ ਪਰਿਪੂਰਨ ਪਰਮਾਤਮਾ ਜੀ ਦਾ ਬਲ ਵਰਤ ਰਿਹਾ। ਜੇ ਉਸਨੇ ਮੈਨੂੰ ਇਹ ਬਲ ਦਿੱਤਾ ਤੇ ਤਾਂ ਮੈਂ ਇਹ ਸਾਰਾ ਕੁਝ ਕਰ ਰਿਹਾ। ਮੇਰੀ ਕੋਈ ਇੱਛਾ ਨਹੀਂ ਕਿ ਮੈਂ ਸੰਸਾਰ ਨੂੰ ਰੋੜਾਂ, ਲੋਕਾਂ ਦੇ ਘਰ ਤਬਾਹ ਕਰਾਂ, ਝੁੱਗੀਆਂ ਝੋਪੜੀਆਂ ਤਬਾਹ ਕਰਾਂ। ਇਹ ਸਭ ਕੁਝ ਪਰਮਾਤਮਾ ਦੇ ਬਲ ਦੇ ਸਦਕਾ ਹੀ ਹੋ ਰਿਹਾ। ਬਾਬਾ ਫਰੀਦ ਜੀ ਕਹਿੰਦੇ, ਕੰਦੀ ਵੈਨ ਨਟਾਏ ਉਹ ਵੀ ਲੇਖਾ ਦੇਵਣਾ। ਕਿ ਦਰਿਆ ਤੂੰ ਕੰਧਾ ਨਾ ਢਾ, ਤੂੰ ਕਿਨਾਰੇ ਨਾ ਢਾ, ਲੋਕਾਂ ਦੇ ਘਰ ਨਾ ਢਾ, ਲੋਕਾਂ ਦੇ ਘਰ ਫਸਲਾਂ ਨਾ ਬਰਬਾਦ ਕਰ, ਤੋ ਵੀ ਲੇਖਾ ਦੇਵਣਾ, ਤੂੰ ਵੀ ਇੱਕ ਦਿਨ ਲੇਖਾ ਦੇਵੇਂਗਾ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ। ਤੇ ਫਿਰ ਦਰਿਆ ਕੀ ਕਹਿੰਦਾ?
ਜਿੱਧਰ ਰੱਬ ਰਜ਼ਾਏ ਵਹਿਣ ਤਿਦਾਊ ਗਉ ਕਰੇ। ਕਹਿੰਗੇ ਮੈਂ ਉਸੇ ਪਾਸੇ ਵੱਲ ਮੇਰਾ ਵਹਿਣ ਹੁੰਦਾ ਹੈ, ਮੇਰਾ ਵਹਾਅ ਹੁੰਦਾ ਹੈ ਜਿੱਧਰ ਪ੍ਰਮਾਤਮਾ ਮੈਨੂੰ ਮੋੜ ਦਿੰਦਾ ਹੈ। ਜੇ ਪ੍ਰਮਾਤਮਾ ਮੇਰੇ ਵਹਾਅ ਨੂੰ ਮੋੜਦਾ ਤੇ ਮੈਂ ਮੁੜ ਜਾਣਾ, ਔਰ ਜੋ ਕੁਝ ਵੀ ਹੋ ਰਿਹਾ ਪ੍ਰਮਾਤਮਾ ਦੇ ਦਿੱਤੇ ਹੋਏ ਬਲ ਦੇ ਸਦਕਾ ਹੋ ਰਿਹਾ, ਇਹਦੇ ਪਿੱਛੇ ਮੇਰਾ ਕੋਈ ਆਪਣਾ ਬਲ ਕੰਮ ਨਹੀਂ ਕਰਦਾ। ਪਿਆਰੋ, ਜਿਤਨਾ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਭਾਵੇਂ ਵਿਕਾਸ ਦਾ, ਭਾਵੇਂ ਜਨਮ ਦਾ ਤੇ ਭਾਵੇਂ ਵਿਨਾਸ਼ ਦਾ, ਇਹ ਸਾਰਿਆਂ ਦੇ ਪਿੱਛੇ ਪ੍ਰਮਾਤਮਾ ਦਾ ਬਲ ਕੰਮ ਕਰ ਰਿਹਾ। ਪ੍ਰਮਾਤਮਾ ਦੇ ਬਲ ਤੋਂ ਬਿਨਾਂ ਕੁਝ ਵੀ ਸੰਸਾਰ ਦੇ ਅੰਦਰ ਨਹੀਂ ਹੋ ਰਿਹਾ। ਔਰ ਕੋਈ ਉਹਦੇ ਇਸੇ ਬਲ ਨੂੰ ਵੇਖ ਕੇ ਪਿਆਰਿਓ ਉਸ ਦੀਆਂ ਸਿਫਤ ਸਲਾਹ ਕਰ ਰਿਹਾ। ਗਾਵੇ ਕੋ ਦਾ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਗਾਵੇ ਕੋ ਦਾ ਜਾਣੇ ਨਿਸ਼ਾਨ। ਹੁਣ ਕੋਈ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ, ਉਹਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੂੰ ਵੇਖ ਕੇ ਉਸ ਦੇ ਗੁਣ ਗਾਇਨ ਕਰ ਰਹੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾ ਜਾਣੇ ਨਿਸ਼ਾਨ। ਇਹ ਸਾਰਾ ਸਰੀਰ ਜੋ ਕੁਝ ਵੀ ਅਸੀਂ ਵੇਖ ਰਹੇ ਹਾਂ, ਇਹ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ। ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਦਿੱਤਾ ਹੋਇਆ ਨਹੀਂ ਹੈ। ਔਰ ਜਿਤਨੇ ਵੀ ਪਦਾਰਥ ਅਸੀਂ ਸੰਸਾਰ ਦੇ ਅੰਦਰ ਛਕ ਰਹੇ ਹਾਂ, ਜਾਂ ਜਿਤਨੇ ਵੀ ਪਦਾਰਥ ਅਸੀਂ ਸੰਸਾਰ ਦੇ ਅੰਦਰ ਭੋਗ ਰਹੇ ਹਾਂ, ਇਹ ਸਾਰੇ ਪਦਾਰਥ ਉਸ ਪ੍ਰਮਾਤਮਾ ਦੇ ਦਿੱਤੇ ਹੋਏ ਨੇ। ਉਸ ਪ੍ਰਮਾਤਮਾ ਦੀ ਦਰਗਾਹ ਤੋਂ ਸਾਨੂੰ ਮਿਲੇ ਨੇ। ਜੇ ਕੋਈ ਦਾਤ ਸਾਨੂੰ ਚਾਹੀਦੀ ਹੈ ਤੇ ਤਾਂ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ। ਜੇ ਕੋਈ ਸੁੱਖ ਮਿਲਦਾ ਹੈ ਤੇ ਪ੍ਰਮਾਤਮਾ ਦੀ ਦਾਤ ਸਮਝ ਕੇ ਉਹਦਾ ਸ਼ੁਕਰਾਨਾ ਕਰਦੇ ਹਾਂ। ਤੇ ਜੇ ਕੋਈ ਦੁੱਖ ਆ ਜਾਂਦਾ ਹੈ ਜਿਸ ਵੇਲੇ, ਤੇ ਉਸ ਵੇਲੇ ਵੀ ਪ੍ਰਮਾਤਮਾ ਦੇ ਚਰਨਾਂ ਦੇ ਝੁਕ ਕੇ ਅਰਦਾਸ ਕਰਦੇ ਹਾਂ ਕਿ ਇਹ ਪਰਿਪੂਰਨ ਪ੍ਰਮਾਤਮਾ ਜੀ, ਮੇਰੇ ਜੀਵਨ ਦੇ ਅੰਦਰ ਸੁੱਖ ਵਰਤਾ, ਔਰ ਇਹ ਦੁੱਖ ਮੇਰੇ ਜੀਵਨ ਦੇ ਅੰਦਰ ਚਲਾ ਜਾਏ, ਸਮਾਪਤ ਹੋ ਜਾਏ, ਖਤਮ ਹੋ ਜਾਏ। ਪਿਆਰੋ, ਇੱਕ ਗੱਲ ਦਾ ਧਿਆਨ ਰੱਖੀਏ, ਜੇ ਸੁੱਖ ਨੂੰ ਅਸੀਂ ਉਸ ਦੀ ਦਾਤ ਵਜੋਂ ਜਾਣਦੇ ਹਾਂ ਤੇ ਦੁੱਖ ਨੂੰ ਵੀ ਉਸ ਦੀ ਦਾਤ ਵਜੋਂ ਜਾਣੀਏ। ਜੇ ਸੁੱਖ ਦੇ ਵਿੱਚ ਇਹ ਕਹਿੰਦੇ ਆ ਕਿ ਇਹ ਵੀ ਦਾਤ ਤੇਰੀ ਦਾਤਾਰ, ਤੇ ਜਦੋਂ ਦੁੱਖ ਆ ਜਾਂਦਾ ਤੇ ਉਦੋਂ ਵੀ ਇਹ ਗੱਲ ਕਹੀਏ ਕਿ ਇਹ ਵੀ ਦਾਤ ਤੇਰੀ ਦਾਤਾਰ। ਇਹ ਵੀ ਤੇਰੀ ਦਾਤ ਹੈ, ਤੇਰੀ ਦਿੱਤੀ ਹੋਈ ਦਾਤ ਹੈ। ਜੇ ਦੁੱਖ ਵੀ ਤੂੰ ਦਿੱਤਾ ਹੈ ਤੇ ਸੁੱਖ ਵੀ ਤੂੰ ਦੇਣਾ ਹੈ। ਤੇ ਪਿਆਰੇ, ਜੇ ਸੁੱਖ ਦੇ ਵਿੱਚ ਉਹਦੇ ਅੱਗੇ ਅਰਦਾਸ ਕਰਦੇ ਆ ਤੇ ਦੁੱਖ ਦੇ ਵਿੱਚ ਵੀ ਉਹਦੇ ਅੱਗੇ ਅਰਦਾਸ ਕਰੀਏ। ਦੁੱਖ ਦੇ ਵਿੱਚ ਉਹਦਾ ਪੱਲਾ ਛੱਡ ਕੇ ਕਿਤੇ ਨਾ ਜਾਈਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਜਿਤਨੀਆਂ ਵੀ ਦਾਤਾਂ ਸੰਸਾਰ ਦੇ ਅੰਦਰ ਵਰਤ ਰਹੀਆਂ ਨੇ, ਜਾਂ ਮਨੁੱਖ ਨੂੰ ਪ੍ਰਾਪਤ ਹੋ ਰਹੀਆਂ ਨੇ, ਜਾਂ ਸੰਸਾਰ ਨੂੰ ਪ੍ਰਾਪਤ ਹੋ ਰਹੀਆਂ ਨੇ, ਇਹਨਾਂ ਦਾਤਾਂ ਨੂੰ ਵੇਖ ਕੇ, ਇਹ ਸਾਰੀਆਂ ਦਾਤਾਂ ਹੀ ਨੇ ਨਾ, ਹਵਾ, ਪਾਣੀ, ਅੱਗ, ਇਹ ਸਾਰੀਆਂ ਦਾਤਾਂ ਹੀ ਨੇ ਨਾ, ਜਿਹੜੀਆਂ ਬਿਨਾਂ ਕਿਸੇ ਪੈਸੇ ਤੋਂ ਸਾਨੂੰ ਮਿਲ ਰਹੀਆਂ ਨੇ, ਔਰ ਇਹ ਪ੍ਰਮਾਤਮਾ ਦੀਆਂ ਵਰਤਾਈਆਂ ਹੋਈਆਂ ਨੇ। ਪਿਆਰੋ, ਜੇ ਪਾਣੀ ਕੋਈ ਵੇਚ ਰਿਹਾ ਹੈ ਤੇ ਉਹ ਪਾਣੀ ਦਾ ਮੁੱਲ ਨਹੀਂ ਪਾ ਸਕਦਾ, ਬਲਕਿ ਪਾਣੀ ਨੂੰ ਮਿਨਰਲ ਕਰਨ ਦਾ ਉਸਨੇ ਮੁੱਲ ਤੁਹਾਡੇ ਕੋਲੋਂ ਲਿਆ। ਪਾਣੀ ਨੂੰ ਸਾਫ਼ ਕਰਨ ਦਾ ਮੁੱਲ ਤੁਹਾਡੇ ਕੋਲੋਂ ਨਹੀਂ ਲਿਆ। ਪਾਣੀ ਨੂੰ ਸਾਫ਼ ਕਰਕੇ, ਸ਼ੁੱਧ ਕਰਕੇ ਤੁਹਾਡੇ ਤੱਕ ਪਹੁੰਚਾਇਆ, ਜਾਂ ਜਿਸ ਬੋਤਲ ਦੇ 'ਚ ਉਹਨੇ ਪੈਕ ਕੀਤਾ, ਉਸ ਬੋਤਲ ਦਾ ਮੁੱਲ ਉਹਨੇ ਤੁਹਾਡੇ ਕੋਲੋਂ ਲਿਆ। ਪਾਣੀ ਦਾ ਮੁੱਲ ਤੇ ਪਾਇਆ ਹੀ ਨਹੀਂ ਜਾ ਸਕਦਾ। ਪਾਣੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਹਵਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਜਿਹੜੀ ਬਿਨਾਂ ਕਿਸੇ ਪੈਸੇ ਤੋਂ ਸਾਨੂੰ ਪ੍ਰਾਪਤ ਹੋ ਰਹੀ ਹੈ। ਤੇ ਹਵਾ ਵੀ ਦਰਖਤਾਂ ਦੇ ਕਾਰਨ ਹੈ। ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹਾਂਗਾ ਕਿ ਜੇ ਦਰਖਤ ਹੈ ਨੇ ਤੇ ਹਵਾ ਹੈ। ਜੇ ਦਰਖਤ ਹੈ ਨੇ ਤੇ ਸਾਡੇ ਕੋਲ ਸ਼ੁੱਧ ਹਵਾ ਹੈ, ਸ਼ੁੱਧ ਵਾਤਾਵਰਣ ਹੈ ਸਾਡੇ ਕੋਲ। ਤੇ ਜੇ ਦਰਖਤ ਖਤਮ ਹੋ ਗਏ ਸੰਸਾਰ ਦੇ ਅੰਦਰੋਂ, ਜਿਸ ਤਰ੍ਹਾਂ ਅੱਜ ਦਰਖਤ ਵੱਢੇ ਜਾ ਰਹੇ ਨੇ, ਸੰਸਾਰ ਦੇ ਅੰਦਰੋਂ ਖਤਮ ਕੀਤੇ ਜਾ ਰਹੇ ਨੇ, ਜੇ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰੋਂ ਦਰਖਤ ਵੱਢੇ ਜਾਂਦੇ ਰਹੇ, ਤੇ ਜੋ ਕਰੋਨਾ ਦੇ ਵਿੱਚ ਅਸੀਂ ਹਾਲ ਦੇਖਿਆ ਕਿ ਆਕਸੀਜਨ ਸਾਨੂੰ ਮੁੱਲ ਖਰੀਦਣੀ ਪਈ ਹੈ, ਤੇ ਪਿਆਰਿਓ, ਇੱਕ ਦਿਨ ਐਸਾ ਆਵੇਗਾ ਕਿ ਹਰ ਇੱਕ ਬੰਦੇ ਨੂੰ ਆਪਣੀ ਪਿੱਠ ਦੇ ਉੱਤੇ ਸਿਲੰਡਰ ਲੱਦ ਕੇ ਚੱਲਣਾ ਪਵੇਗਾ, ਕਿਉਂਕਿ ਆਕਸੀਜਨ ਮਿਲਣੀ ਵੀ ਔਖੀ ਹੋ ਜਾਏਗੀ ਜੇ ਇਹ ਦਰਖਤ ਨਾ ਰਹੇ। ਇਸ ਲਈ ਯਤਨ ਕਰੀਏ ਕਿ ਆਪਣੇ ਘਰਾਂ ਦੇ ਆਲੇ ਦੁਆਲੇ, ਜੇ ਕੋਈ ਖਾਲੀ ਜ਼ਮੀਨ ਹੈ, ਆਲੇ ਦੁਆਲੇ ਘਰ ਦੇ ਕੋਲ ਬਗੀਚੀ ਬਣਾਈ ਹੋਈ ਹੈ ਛੋਟੀ ਮੋਟੀ, ਤੇ ਉਹਦੇ ਵਿੱਚ ਇੱਕ ਦਰਖਤ ਜ਼ਰੂਰ ਲਾਈਏ। ਆਲੇ ਦੁਆਲੇ ਦਰਖਤ ਨਾਲ ਭਰਪੂਰ ਕਰੀਏ। ਪਿਆਰੋ, ਇਹ ਦਰਖਤ ਹੀ ਨੇ ਜਿਹੜੇ ਸਾਨੂੰ ਗਰਮੀ ਤੋਂ ਬਚਾਉਂਦੇ ਨੇ। ਇਹ ਦਰਖਤ ਹੀ ਨੇ ਜਿਹੜੇ ਸਾਨੂੰ ਗਰਮੀ ਦੇ ਠੰਡਕ ਪ੍ਰਦਾਨ ਕਰਦੇ ਨੇ, ਫਲ ਫੁੱਲ ਪ੍ਰਦਾਨ ਕਰਦੇ ਨੇ। ਤੇ ਜੇ ਦਰਖਤ ਨਾ ਰਹੇ ਤੇ ਮਨੁੱਖ ਨਹੀਂ ਰਹੇਗਾ। ਇਸ ਲਈ ਦਰਖਤਾਂ ਦੀ ਕਾਟ ਨਾ ਕਰੀਏ। ਇਹ ਸਾਰਾ ਕੁਝ ਉਸ ਪਰਿਪੂਰਨ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ। ਸਾਰੀਆਂ ਦਾਤਾਂ ਉਸ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ।
ਗਾਵੇ ਕੋ ਗੁਣ ਵਡਿਆਈਆਂ ਚਾਰ, ਕੋਈ ਉਸ ਦੇ ਗੁਣਾਂ ਨੂੰ ਵੇਖ ਕੇ, ਉਹਦੀਆਂ ਵਡਿਆਈਆਂ ਨੂੰ ਵੇਖ ਕੇ, ਉਹਦੀ ਸੁੰਦਰਤਾ ਨੂੰ ਵੇਖ ਕੇ, ਚਾਰ ਦਾ ਭਾਵ ਹੈ ਸੁੰਦਰਤਾ, ਕਿ ਉਸ ਦੀ ਸੁੰਦਰਤਾ ਨੂੰ ਕੋਈ ਵੇਖ ਕੇ ਉਹਦੇ ਗੁਣਾਂ ਨੂੰ ਗਾਇਨ ਕਰ ਰਿਹਾ। ਕੋਈ ਉਸ ਦੀ ਸਿਫਤਸਲਾ ਉਸ ਦੇ ਗੁਣਾਂ ਨੂੰ ਵੇਖ ਕੇ ਕਰ ਰਿਹਾ, ਤੇ ਕਿਸੇ ਨੂੰ ਹਲੇ ਗੁਣ ਵੇਖਣੇ ਹੀ ਨਹੀਂ ਆਏ, ਕਿਉਂਕਿ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਕਿਹਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਕਹਿ ਲਗੇ ਮੇਰੇ ਵਰਗੇ ਮੂਰਖ ਨੂੰ ਵੀ ਅਕਲ ਦੇ, ਸਿਆਣਪ ਦੇ, ਕਿ ਮੈਂ ਤੇਰੇ ਗੁਣਾਂ ਨੂੰ ਜਾਣ ਸਕਾਂ, ਤੇਰੇ ਗੁਣਾਂ ਨੂੰ ਤੇ ਮੈਂ ਜਾਣਿਆ ਹੀ ਕੋਈ ਨਹੀਂ। ਹੁਣ ਕੋਈ ਗੁਣਾਂ ਨੂੰ ਵੇਖ ਕੇ ਉਹਦੀ ਵਡਿਆਈ ਨੂੰ ਗਾ ਰਿਹਾ ਤੇ ਗੁਣਾਂ ਨੂੰ ਇਕੱਠਾ ਕਰ ਰਿਹਾ, ਤੇ ਕਿਸੇ ਨੇ ਸੰਸਾਰ ਦੇ ਅੰਦਰ ਰਹਿ ਕੇ ਉਹਦੇ ਗੁਣਾਂ ਦੀ ਪਹਿਚਾਣ ਨਹੀਂ ਕੀਤੀ, ਬਲਕਿ ਉਹਦੇ ਗੁਣਾਂ ਦੀ ਪਹਿਚਾਣ ਕਰਨ ਦੀ ਬਜਾਏ ਔਗਣਾਂ ਦੇ ਨਾਲ ਗੰਠੜੀ ਭਰ ਲਈ। ਔਗਣਾਂ ਦੇ ਸਹਾਰੇ ਜੀਵਨ ਜੀ ਰਿਹਾ ਕੋਈ ਮਨੁੱਖ, ਤੇ ਜਿਹੜਾ ਔਗਣਾਂ ਦੇ ਸਹਾਰੇ ਜੀਵਨ ਜੀ ਰਿਹਾ, ਫਿਰ ਉਹ ਔਗਣ ਹੀ ਬਣ ਕੇ ਲੈ ਜਾਂਦਾ ਹੈ। ਮੈਂ ਇੱਕ ਗੱਲ ਹੋਰ ਆਪ ਜੀ ਦੇ ਸਨਮੁਖ ਕਰਦੇ ਹਾਂ, ਕਿ ਆਪਾਂ ਕਈ ਵਾਰ ਇਹ ਅਲਫਾਜ਼ ਕਹਿੰਦੇ ਵੀ ਆ ਤੇ ਸੁਣਦੇ ਵੀ ਆ, ਕਿ ਬੰਦਾ ਖਾਲੀ ਆਉਂਦਾ ਹੈ, ਬੰਦਾ ਖਾਲੀ ਸੰਸਾਰ ਤੋਂ ਚਲਾ ਜਾਂਦਾ। ਜਦੋਂ ਬੱਚਾ ਜਨਮ ਲੈਂਦਾ ਤੇ ਵਾਕਈ ਖਾਲੀ ਹੱਥ ਆਉਂਦਾ, ਹੱਥ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਔਰ ਜਦੋਂ ਜਾਂਦਾ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ, ਤਾਂ ਵੀ ਹੱਥ ਖਾਲੀ ਜਾਂਦਾ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਬੰਦਾ ਸੰਸਾਰ ਦੇ ਅੰਦਰ ਆਉਂਦਾ, ਬੱਚੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਨੇ, ਤੇ ਮੁੱਠੀਆਂ ਬੰਦ ਵੀ ਸਾਨੂੰ ਕੁਝ ਦ੍ਰਿਸ਼ਟਾਂਤ ਦੇ ਰਹੀਆਂ ਨੇ। ਮੁੱਠੀ ਇਸ ਕਰਕੇ ਬੰਦ ਹੈ ਬੱਚੇ ਦੀ, ਇਸ ਮੁੱਠੀ ਦੇ ਵਿੱਚ ਕੁਝ ਸਵਾਸ ਨਹੀਂ, ਕੁਝ ਸਮੇਂ ਦਾ ਜੀਵਨ ਲੈ ਕੇ ਉਹ ਸੰਸਾਰ ਦੇ ਅੰਦਰ ਆਏ। ਇਹ ਮੁੱਠੀ ਬੰਦ ਇਹ ਦਰਸਾ ਰਹੀ ਹੈ ਕਿ ਕੁਝ ਸਮੇਂ ਦਾ ਜੀਵਨ ਲੈ ਕੇ ਆਇਆ ਹੈ, ਕੁਝ ਸਮੇਂ ਦੇ ਸਵਾਸ ਸੰਸਾਰ ਦੇ ਅੰਦਰ ਲੈ ਕੇ ਆਇਆ ਹੈ। ਅਸੀਂ ਇਹ ਗੱਲ ਤੇ ਸੁਣਦੇ ਹਾਂ, ਬੰਦਾ ਖਾਲੀ ਆਉਂਦਾ ਹੈ, ਬੰਦਾ ਖਾਲੀ ਜਾਂਦਾ ਹੈ। ਨਹੀਂ, ਮੁੱਠੀ ਭਰੀ ਲੈ ਕੇ ਆਉਂਦਾ ਜੀਵਨ ਦੇ ਸਵਾਸਾਂ ਦੀ, ਕੁਝ ਸਮਾਂ ਮੁੱਠੀ ਦੇ ਵਿੱਚ ਬੰਦ ਮੁੱਠੀ ਦੇ ਵਿੱਚ ਲੈ ਕੇ ਆਉਂਦਾ ਹੈ। ਤੇ ਆਤਮਾ ਜਿਹੜੀ ਹੈ ਨਾ ਖਾਲੀ ਆਉਂਦੀ ਹੈ ਤੇ ਨਾ ਆਤਮਾ ਖਾਲੀ ਜਾਂਦੀ ਹੈ। ਇਹ ਧਿਆਨ ਰੱਖਿਆ, ਆਤਮਾ ਹਮੇਸ਼ਾ ਭਰੀ ਆਉਂਦੀ ਹੈ, ਆਤਮਾ ਹਮੇਸ਼ਾ ਖਾਲੀ ਜਾਂਦੀ ਹੈ। ਭਰੀ ਕਿਵੇਂ ਆਉਂਦੀ ਹੈ ਤੇ ਖਾਲੀ ਕਿਵੇਂ ਜਾਂਦੀ ਹੈ, ਇਹ ਆਪਾਂ ਸਮਝਣਾ। ਪਿਆਰੋ, ਆਪਾਂ ਹੁਕਮਨਾਮੇ ਦੇ ਰੂਪ ਵਿੱਚ ਕਈ ਵਾਰ ਇਹ ਸ਼ਬਦ ਸਰਵਣ ਕੀਤਾ ਹੋਣਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਆਪਾਂ ਜਦੋਂ ਇਹ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਤੇ ਬਚਨ ਦੇ ਵਿੱਚ ਇਹ ਗੱਲ ਮਿਲਦੀ ਹੈ ਕਿ ਮਾਤਾ ਦੇ ਗਰਭ ਦੇ ਅੰਦਰ ਬੱਚਾ ਸਿਮਰਨ ਦੇ ਨਾਲ ਜੁੜਿਆ ਸੀ। ਹੁਣ ਭਗਤ ਭੀਖਣ ਜੀ ਵੀ ਇੱਕ ਥਾਂ ਤੇ ਬੜਾ ਸੁੰਦਰ ਬਚਨ ਕਰਦੇ ਨੇ, ਕਿ ਜਦੋਂ ਗਰਭ ਦੇ ਵਿੱਚ ਬੱਚਾ ਪੁੱਠਾ ਲਟਕਿਆ ਹੋਇਆ ਸੀ, ਤੇ ਉਸ ਸਮੇਂ ਉਸ ਦੇ ਧਿਆਨ ਦੇ ਨਾਲ ਜੁੜਿਆ ਹੋਇਆ ਸੀ, ਉਹਦੀ ਲਿਵ ਦੇ ਨਾਲ ਜੁੜਿਆ ਹੋਇਆ ਸੀ, ਉੱਥੇ ਲਿਵ ਲੱਗੀ ਹੋਈ ਸੀ, ਉੱਥੇ ਧਿਆਨ ਦੇ ਨਾਲ ਜੁੜਿਆ ਹੋਇਆ ਸੀ ਬੱਚਾ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਤੇ ਫਿਰ ਇਹ ਲਿਵ ਸੰਸਾਰ ਦੇ ਅੰਦਰ ਜਦੋਂ ਆਇਆ, ਜਨਮ ਲਿਆ, ਉਦੋਂ ਇਹ ਲਿਵ ਟੁੱਟ ਗਈ, ਇਹ ਸਮਾਧੀ ਟੁੱਟ ਗਈ। ਹੁਣ ਸਮਾਧੀ ਦੇ ਨਾਲ ਭਰਿਆ ਹੋਇਆ ਆਇਆ ਸੀ, ਗੁਰੂ ਦੇ ਸਿਮਰਨ ਦੇ ਨਾਲ ਭਰਿਆ ਹੋਇਆ ਆਇਆ ਸੀ, ਲਿਵ ਇਹਦੀ ਆਤਮਾ ਦੇ ਵਿੱਚ ਭਰਪੂਰ ਸੀ, ਸਾਧਨਾ ਨਾਲ ਜੁੜਿਆ ਹੋਇਆ ਆਇਆ ਸੀ ਬੱਚਾ। ਪਰ ਹੋਇਆ ਕਿ ਸੰਸਾਰ ਦੇ ਅੰਦਰ ਆਉਂਦਿਆਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਕਿ ਮਾਇਆ ਨੇ ਐਸਾ ਪ੍ਰਭਾਵ ਪਾਇਆ ਕਿ ਬੰਦੇ ਦੀ ਲਿਵ ਟੁੱਟ ਗਈ, ਬੰਦੇ ਦੀ ਆਤਮਾ ਲਿਵ ਤੋਂ ਖਾਲੀ ਹੋ ਗਈ, ਸਮਾਧੀ ਤੋਂ ਖਾਲੀ ਹੋ ਗਈ, ਸਿਮਰਨ ਤੋਂ ਖਾਲੀ ਹੋ ਗਈ। ਆਉਂਦਿਆਂ ਹੀ ਸੰਸਾਰ ਦੇ ਅੰਦਰ ਸਿਮਰਨ ਤੋਂ ਖਾਲੀ ਹੋ ਗਈ। ਆਤਮਾ ਭਰੀ ਆਉਂਦੀ ਹੈ, ਪਰ ਸੰਸਾਰ ਦੇ ਅੰਦਰ ਮਾਇਆ ਦੀ ਹਵਾ ਦੇ ਕਰਕੇ ਖਾਲੀ ਹੋ ਜਾਂਦੀ ਹੈ। ਤੇ ਕੋਈ ਬੰਦਾ ਉਹਦੇ ਗੁਣਾਂ ਨੂੰ ਵੇਖ ਕੇ ਉਹਦੀ ਸਿਫਤਸਲਾ ਕਰਦਾ ਹੋਇਆ ਉਸ ਲਿਵ ਦੇ ਅੰਦਰ ਫਿਰ ਜੁੜ ਜਾਂਦਾ ਹੈ, ਉਸ ਦੀ ਸਮਾਧੀ ਅੰਦਰ ਫਿਰ ਜੁੜ ਜਾਂਦਾ ਹੈ, ਉਹਦੇ ਗੁਣਾਂ ਨੂੰ ਗਾਇਨ ਕਰਦਿਆਂ ਹੋਇਆ ਆਤਮਾ ਨੂੰ ਗੁਣਾਂ ਦੇ ਨਾਲ ਭਰਪੂਰ ਕਰ ਲੈਂਦਾ। ਔਰ ਕਈ ਐਸੇ ਹੁੰਦੇ ਨੇ, ਆਤਮਾ ਖਾਲੀ ਹੋ ਜਾਂਦੀ ਹੈ, ਮਾਇਆ ਦਾ ਪ੍ਰਭਾਵ ਪੈਂਦਾ, ਤੇ ਸਾਰੀ ਉਮਰ ਮਾਇਆ ਦੇ ਪ੍ਰਭਾਵ ਦੇ ਜੀਵਨ ਜਿਉਂਦੇ ਨੇ, ਤੇ ਔਗਣਾਂ ਦੇ ਸਾਰੇ ਜੀਵਨ ਜਿਉਂਦੇ ਨੇ। ਫਿਰ ਜਾਂਦਿਆਂ ਹੋਇਆ ਆਤਮਾ ਦੇ ਵਿੱਚ ਔਗਣ ਭਰ ਕੇ ਲੈ ਜਾਂਦੇ ਨੇ। ਹੁਣ ਸੰਸਾਰ ਦੇ ਅੰਦਰ ਦੋਵੇਂ ਹੀ ਇੱਕ ਮਾਤਾ ਦੇ ਗਰਭ ਤੋਂ ਆਏ ਨੇ, ਇੱਕ ਮਾਂ ਦੇ ਗਰਭ ਤੋਂ ਦੋਨੋਂ ਆਏ ਨੇ, ਕਿਉਂਕਿ ਸਤਿਗੁਰ ਦੀ ਬਾਣੀ ਕਹਿੰਦੀ ਸਭ ਜੰਤ ਇਕੱਠੇ ਹੋਏ ਆਇਆ, ਉਹ ਜਾਸਨ ਵਾਟ ਵਟਾਇਆ। ਕਹਿੰਦੇ ਆਏ ਤੇ ਮਾਤਾ ਦੇ ਗਰਭ ਤੋਂ, ਪਰ ਜਾਂਦਿਆਂ ਜਾਂਦਿਆਂ ਰਸਤਾ ਬਦਲ ਗਿਆ। ਮੌਤ ਦੋਵਾਂ ਦੀ ਹੋਈ, ਪਰ ਦੋਵਾਂ ਦੀ ਮੌਤ ਇੱਕੋ ਜਿਹੀ ਨਹੀਂ ਹੋਈ, ਬਲਕਿ ਇੱਕ ਦੀ ਮੌਤ ਔਗਣਾਂ ਦੇ ਸਹਾਰੇ ਜੀਵਨ ਬਤੀਤ ਕਰਦਿਆਂ ਹੋਈ, ਤੇ ਦੂਜੇ ਦੇ ਗੁਣ ਬਤੀਤ ਕਰਦਿਆਂ ਹੋਈ। ਇੱਕ ਜਾਂਦਿਆਂ ਹੋਇਆ ਆਤਮਾ ਨੂੰ ਗੁਣਾਂ ਦੇ ਨਾਲ ਭਰਪੂਰ ਕਰਕੇ ਲੈ ਗਿਆ, ਤੇ ਦੂਜਾ
ਔਗਣ ਇਕੱਠੇ ਕਰਕੇ ਲੈ ਗਿਆ। ਗੁਣਾ ਗਵਾਈ ਗੰਠੜੀ, ਔਗਣ ਚੱਲੀ ਬਨ। ਹੁਣ ਇੱਕ ਔਗਣਾ ਦੀ ਗੰਠੜੀ ਬਣ ਲਈ ਇੱਕ ਨੇ, ਤੇ ਦੂਜੇ ਨੇ ਗੁਣਾ ਦੀ ਗੰਠੜੀ ਬਣ ਲਈ। ਪਾਤਸ਼ਾਹ ਜੀ ਕਹਿੰਦੇ ਸਭ ਜੰਤ ਇਕੱਠੇ ਹੋਏ ਆਇਆ, ਹੋਏ ਚਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਛਿਓ। ਕਹਿ ਲਗੇ ਦੋਵਾਂ ਦੇ ਰਸਤੇ ਅਲੱਗ ਹੋ ਗਏ। ਆਉਣ ਦਾ ਰਸਤਾ ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਜਿਤਨੀ ਵੀ ਸੰਸਾਰ ਦੇ ਅੰਦਰ ਵਿਦਿਆ ਸਾਨੂੰ ਨਜ਼ਰ ਆ ਰਹੀ ਹੈ, ਔਖੀ ਤੋਂ ਔਖੀ ਵਿਦਿਆ, ਭਾਵੇਂ ਉਹ ਡਾਕਟਰੀ ਦੀ ਵਿਦਿਆ ਹੈ, ਭਾਵੇਂ ਉਹ ਇੰਜੀਨੀਅਰਿੰਗ ਦੀ ਵਿਦਿਆ ਹੈ, ਭਾਵੇਂ ਉਹ ਕਿਸੇ ਵੀ ਵਕਾਲਤ ਦੀ ਵਿਦਿਆ ਹੈ, ਭਾਵੇਂ ਉਹ ਕਿਸੇ ਵੀ ਉਹਦੇ ਨਾਲ ਸੰਬੰਧਿਤ ਵਿਦਿਆ, ਸਾਰੀਆਂ ਵਿਖਮ ਨੇ। ਵਿਖਮ ਵਿਦਿਆਵਾਂ ਮਨੁੱਖ ਨੇ ਹਾਸਲ ਕੀਤੀਆਂ ਨੇ। ਬੋਲੀਆਂ ਦੀ ਥਾਂ ਨਹੀਂ ਪਾਈ ਜਾ ਸਕਦੀ। ਜਿਹੜੀ ਵਿਦਿਆ ਪ੍ਰਮਾਤਮਾ ਨੇ ਰਚੀ, ਇਸ ਵਿਦਿਆ ਦੀ ਥਾਂ ਨਹੀਂ ਪਾਈ ਜਾ ਸਕਦੀ। ਹੁਣ ਇਨਸਾਨ ਵਿਦਿਆ ਤੇ ਗ੍ਰਹਿਣ ਕਰ ਲੈਂਦਾ, ਵਿਦਿਆ ਤੇ ਗ੍ਰਹਿਣ ਇਨਸਾਨ ਨੇ ਕਰ ਲਈ। ਹੁਣ BA ਕੀਤੀ, BA ਤੋਂ ਬਾਅਦ B.Ed ਕੀਤੀ, MA ਕੀਤੀ, M ਤੋਂ ਬਾਅਦ MA MPhil ਕੀਤੀ, ਹੋਰ ਕਈ ਜਿਹੜੀਆਂ ਨੇ ਡਿਗਰੀਆਂ ਲਈਆਂ। ਇਸ ਪਾਤਸ਼ਾਹ ਜੀ ਦੀ ਬਾਣੀ ਕਹਿ ਰਹੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਤੇ ਪਰਉਪਕਾਰ ਦੇ ਲਈ ਵਰਤੀ ਜਾਂਦੀ ਸੀ। ਵਿਦਿਆ ਗ੍ਰਹਿਣ ਕੀਤੀ ਹੈ ਤੇ ਉਸ ਨਾਲ ਅਸੀਂ ਪਰਉਪਕਾਰ ਕਰਨਾ ਸੀ, ਪਰ ਅਸੀਂ ਪਰਉਪਕਾਰ ਨਹੀਂ ਕੀਤਾ। ਕਿਉਂਕਿ ਪਾਤਸ਼ਾਹ ਜੀ ਦੇ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਾਇਆ ਹੋ ਕਰਮੇ ਨਾਸ਼। के लिए पुराने कर्म पुरानियां अंदर रीता रस्मा छूत छात ऊंच नीच जात पात, ये सारे राक्षस बाहर निकल जाने चाहिए सन, ये सारे दुष्ट बाहर निकल जाने चाहिए सन, पर अज ये अंदर बैठे हुए ने। अध्यापक लगन तो बाद हुण बंदा एक बच्चे नूं इस करके मार दिंदा है कि उसने पानी हैडमास्टर दे घड़े दे विचों पीता है ते उहनूं कुट दिता जांदा है, मार दिता जांदा है। अगला 25 दिन हस्पताल पिया रहिंदा है ते उस तो बाद उहदी मौत हो जाती है। ते दसो फिर इन्हां च की पढ़ाया जा रहा है, जद इन्हां विच बैठे हुए मास्टर ही ऊच नीच जात पात छूत छात दे राक्षसां दे नाल भरपूर होणगे, ते दसो विद्या कित्थों मिलेगी? सानूं विद्या कित्थों प्राप्त होगी? ज्ञान कित्थों मिलेगा? प्यारो उदों तक दुनियावी विद्या अधूरी है जदों तक उस एक दी विद्या प्राप्त नहीं हो जाती, एक दा ज्ञान प्राप्त नहीं हो जाता। ਜਦੋਂ तक एक दा ज्ञान प्राप्त नहीं होना, उदों तक ये दुष्ट बाहर नहीं निकलणगे। तद तक साडी पढ़ी हुई विद्या भी, साडी पढ़ी हुई विद्या का कोई भी लाभ नहीं होगा, ना सानू ते ना किसी नूं। एक दी विद्या नहीं ते पढ़िया लिखिया भी मूर्ख है, अनपढ़ है, उसनूं भी अनपढ़ गिनिया जाएगा अगर एक दी विद्या नाल नहीं है। ते पातशाह जी अगली पंक्ति च कहंदे ने, गावे को साज करे तनखे, गावे को साज करे तनखे, गावे को जी लै फिरदे, गावे को साज करे तनखे। कोई इस गल नूं वेख के उहदियां सिफत सलाह करे कि वह इस शरीर नूं साजदा ते फिर खे कर दिंदा इस तन नूं, और कोई इस करके गा रहे गावे को जी लै फिरदे, पहला जिंद लै लैंदा ते फिर जिंद दे दिंदा। जी लै फिर दे, पहला जिंद लै लई और फिर दे दिती। ये क्रिया संसार के अंदर चलती रहिंदी, ये प्रक्रिया संसार के अंदर चलती रहिंदी। आपां एक बचन पढ़ते हैं, सुनते हैं कई बार कि संसार बिन सनहार है, संसार खत्म होने वाला है। इत्थे कोई भी चीज़ बिन सनहार नहीं है, कोई भी चीज़ खत्म होने वाली नहीं है। हुण तुसीं कहोगे संसार दा ते विनाश हो रहा, किते हड़ आ रहे हैं, किते तूफान आ रहे हैं, किते कुछ आ रहे हैं, नगरां दे नगर तबाह हो रहे हैं। प्यारो तबाह हो रहे हैं, उहदे दिते हुए बल दे सदका, उहदे हुक्म दे विच तबाह हो रहे हैं। पर जे एक जीव संसार तो जांदा है ते दूसरा जीव उहदी थां लै लैंदा है। असीं ये गल कहने हैं ना, पंज तत्तां दा ये शरीर है, पंज तत्तां दा ये शरीर बनया, पंज तत्तां तो इंसान दा जीवन सफर शुरू होया है। ते जदों मौत आनी है ते पंज तत्तां ने पंज तत्तां दे विच समा जाना। क्योंकि सतगुर दी बाणी कह रही है, पवने में पवन समाया, ज्योति में ज्योत रल जाया, माटी माटी होई एक, रोवण हारे की कवन बिड़ेक, कौन मुआ रे कौन मुआ, ब्रह्म ज्ञानी मिल करो विचारा। पातशाह जी कहते देखो पवन पवन दे विच समा गया, मिट्टी का बनया हुआ शरीर सी, मिट्टी दे विच समा गया। जदों अग्न भेट कीता
ਤੇ ਅੰਤ ਇਹ ਹੱਡੀਆਂ ਜਿਹੜੀਆਂ ਨੇ, ਮਾਸ ਜਿਹੜਾ ਸਭ ਕੁਝ ਰਾਖ ਹੋ ਗਿਆ ਤੇ ਮਿੱਟੀ ਦੇ ਵਿੱਚ ਮਿੱਟੀ ਸਮਾ ਗਈ। ਹੁਣ ਪੰਜ ਤੱਤ ਪੰਜਾਂ ਤੱਤਾਂ ਦੇ ਵਿੱਚ ਸਮਾ ਗਏ। ਪੰਜ ਤੱਤਾਂ ਤੋਂ ਸਫ਼ਰ ਸ਼ੁਰੂ ਹੋਇਆ ਤੇ ਪੰਜ ਤੱਤਾਂ ਦੇ ਵਿੱਚ ਸਮਾ ਗਏ, ਪਰ ਆਤਮਾ ਤੇ ਨਹੀਂ ਮਰੀ ਨਾ। ਆਤਮਾ ਨਾ ਕਦੇ ਆਉਂਦੀ ਹੈ ਤੇ ਨਾ ਕਦੇ ਜਾਂਦੀ ਹੈ। ਆਤਮਾ ਨਹੀਂ ਮਰਦੀ। ਸਰੀਰ ਮਰ ਗਿਆ, ਸਰੀਰ ਚਲਾ ਗਿਆ, ਸਰੀਰ ਖਤਮ ਹੋ ਗਿਆ, ਪਰ ਆਤਮਾ ਨੇ ਨਵਾਂ ਚੋਲਾ ਧਾਰਨ ਕਰ ਲਿਆ। ਉਹ ਪੰਜ ਤੱਤ ਪੰਜਾਂ ਤੱਤਾਂ ਦੇ ਵਿੱਚ ਸਮਾਏ ਤੇ ਉਹਨਾਂ ਪੰਜਾਂ ਤੱਤਾਂ ਨੇ ਕਿਸੇ ਹੋਰ ਸਰੀਰ ਦੇ ਵਿੱਚ ਜਾ ਕੇ ਨਿਵਾਸ ਕਰ ਲਿਆ। ਭਾਵ ਸੰਸਾਰ ਦੇ ਅੰਦਰ ਇਸ ਗੱਲ ਨੂੰ ਵੇਖੀਏ ਤੇ ਮੌਤ ਹੈ ਹੀ ਨਹੀਂ। ਸੰਸਾਰ ਪਰਿਵਰਤਨਸ਼ੀਲ ਹੈ, ਪਰਿਵਰਤਨ ਹੋ ਰਿਹਾ ਹੈ, ਹਰ ਚੀਜ਼ ਦਾ ਪਰਿਵਰਤ ਹੋ ਰਹੀ ਹੈ ਹਰ ਚੀਜ਼। ਆਪਾਂ ਕਈ ਵਾਰ ਕਹਿੰਦੇ ਆ ਨਾ ਕਿ ਕੋਈ ਕਾਰੋਬਾਰ ਇਸ ਤਰ੍ਹਾਂ ਚੱਲਦੇ ਨੇ ਕਿ ਚੈਨ ਬਣਾਉਂਦੇ ਜਾਓ, ਜਿਵੇਂ ਕਿ ਪਰਲ ਵਾਈਨ ਦਾ ਕਾਰੋਬਾਰ ਹੈ ਜਾਂ ਹੋਰ ਕਈ ਕਾਰੋਬਾਰ ਨੇ, ਤੇ ਉਹ ਚੈਨ ਦੇ ਨਾਲ ਚੱਲਦੇ ਨੇ ਕਿ ਚੈਨ ਟੂ ਚੈਨ। ਇੱਕ ਬੰਦਾ ਜੁੜਿਆ ਤੇ ਉਹ 10 ਬੰਦਿਆਂ ਨੂੰ ਹੋਰ ਅੱਗੇ ਬਣਾਏ, ਉਸ ਕੰਪਨੀ ਦੇ ਨਾਲ ਜੋੜੇ, ਉਹ 10 ਅੱਗੇ ਚੱਲ ਕੇ ਹੋਰ 10 ਨੂੰ ਜੋੜਨ। ਇਸ ਤਰ੍ਹਾਂ ਇੱਕ ਲੜੀ ਬਣਦੀ ਜਾਂਦੀ ਹੈ, ਇੱਕ ਚੈਨ ਬਣਦੀ ਜਾਂਦੀ ਹੈ ਤੇ ਕਾਰੋਬਾਰ ਚੱਲਦਾ ਜਾਂਦਾ ਹੈ ਤੇ ਸਾਰਿਆਂ ਨੂੰ ਪੈਸਾ ਮਿਲਦਾ ਜਾਂਦਾ, ਸਾਰਿਆਂ ਨੂੰ ਥੋੜਾ ਥੋੜਾ ਪੈਸਾ ਮਿਲਦਾ ਜਾਂਦਾ, ਜਿਤਨੇ ਵੀ ਕੰਮ ਕਰਦੇ ਰਹਿੰਦੇ। ਇੱਕ ਚੈਨ ਬਣਦੀ ਜਾਂਦੀ ਤੇ ਕੰਪਨੀ 'ਚ ਲੱਖਾਂ ਲੋਕ ਫਿਰ ਜੁੜ ਜਾਂਦੇ ਤੇ ਉਹ ਕੰਪਨੀ ਵੀ ਪ੍ਰਫੁੱਲਤ ਹੁੰਦੀ ਹੈ ਤੇ ਉਹਦੇ ਨਾਲ ਜੁੜੇ ਹੋਏ ਲੋਕ ਵੀ ਪ੍ਰਫੁੱਲਤ ਹੁੰਦੇ ਨੇ। ਇੱਕ ਚੈਨ ਚੱਲਦੀ ਹੈ ਕਈ ਕਾਰੋਬਾਰਾਂ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਅੰਦਰ ਵੀ ਇੱਕ ਚੈਨ ਚੱਲ ਰਹੀ ਹੈ, ਇੱਕ ਪ੍ਰਕਿਰਿਆ ਚੱਲ ਰਹੀ ਹੈ। ਇੱਕ ਬੰਦਾ ਜਾਂਦਾ, ਦੂਜਾ ਉਸ ਦੀ ਥਾਂ ਲੈ ਲੈਂਦਾ, ਇੱਕ ਜੀਵ ਜਾਂਦਾ, ਦੂਸਰਾ ਉਸ ਦੀ ਥਾਂ ਲੈ ਲੈਂਦਾ। ਸੰਸਾਰ ਦੇ ਅੰਦਰ ਮੌਤ ਕਿਤੇ ਹੈ ਹੀ ਨਹੀਂ, ਇੱਕ ਚੈਨ ਚੱਲ ਰਹੀ ਹੈ। ਹੁਣ ਇਸ ਗੱਲ ਨੂੰ ਮੈਂ ਆਪ ਜੀ ਦੇ ਸਾਹਮਣੇ ਰੱਖਣ ਲਈ ਇੱਕ ਦੋ ਉਦਾਹਰਨਾਂ ਦਿਆਂਗਾ। ਇੱਕ ਛੋਟਾ ਜਿਹਾ ਬੀਜ ਮਾਲੀ ਨੇ ਬਾਗ ਦੇ ਵਿੱਚ ਪਾਇਆ ਹੈ। ਹੁਣ ਅਮਰੂਦਾਂ ਦਾ ਬਗੀਚਾ ਹੈ, ਮਾਲੀ ਨੇ ਕੁਝ ਬੀਜ ਉਹਦੇ ਵਿੱਚ ਪਾਏ ਨੇ ਬਾਗ ਦੇ ਵਿੱਚ। ਹੁਣ ਉਸ ਨੂੰ ਖਾਦ ਖੁਰਾਕ ਵੀ ਦਿੱਤੀ ਹੈ, ਸਮੇਂ ਸਮੇਂ ਤੇ ਪਾਣੀ ਵੀ ਦਿੱਤਾ ਹੈ, ਉਹਦਾ ਪੂਰਾ ਧਿਆਨ ਰੱਖਿਆ ਹੈ। ਇੱਕ ਦਿਨ ਉਹ ਬੀਜ ਤਣੇ ਦਾ ਰੂਪ ਧਾਰਨ ਕਰਦਾ ਹੈ ਤੇ ਹੌਲੀ 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 ਉਸ ਇੱਕ ਡਾਲੀ ਦੇ ਨਾਲ, ਇੱਕ ਤਣੇ ਦੇ ਨਾਲ ਕਈ ਤਣੇ ਲੱਗਦੇ ਨੇ, ਪੱਤੇ ਲੱਗਦੇ ਨੇ, ਫੁੱਲ ਲੱਗਦੇ ਨੇ, ਤੇ ਫਿਰ ਇੱਕ ਦਿਨ ਫਲ ਆ ਜਾਂਦਾ। ਜਦੋਂ ਫਲ ਆ ਗਿਆ ਤੇ ਉਸ ਫਲ ਨੂੰ, ਜਦੋਂ ਫਲ ਪੱਕ ਕੇ ਧਰਤੀ ਤੇ ਗਿਰਿਆ ਤੇ ਬਾਗ ਦੇ ਮਾਲੀ ਨੇ ਫਲ ਇਕੱਠੇ ਕੀਤੇ ਤੇ ਬਾਜ਼ਾਰ 'ਚ ਜਾ ਕੇ ਵੇਚ ਦਿੱਤੇ। ਹੁਣ ਖਰੀਦਣ ਵਾਲੇ ਨੇ ਉਸ ਫਲ ਨੂੰ ਖਰੀਦਿਆ, ਜਦੋਂ ਕੱਟਿਆ ਤੇ ਕੀ ਵੇਖਦਾ ਹੈ, ਉਹਦੇ 'ਚ ਸੈਂਕੜੇ ਬੀਜ ਹੋਰ ਨੇ, ਅਮਰੂਦ ਦੇ ਵਿੱਚ ਸੈਂਕੜੇ ਬੀਜ ਨੇ, ਉਸ ਫਲ ਦੇ ਸੈਂਕੜੇ ਬੀਜ ਹੋਰ ਨੇ। ਤੇ ਉਹ ਬੀਜ ਜਦੋਂ ਫਿਰ ਬੀਜਿਆ ਤੇ ਪਿਆਰੋ, ਫਿਰ ਉਸ ਤੋਂ ਇੱਕ ਫਲ ਪ੍ਰਾਪਤ ਹੋਇਆ ਤੇ ਫਿਰ ਬੀਜ ਸੈਂਕੜੇ ਨਿਕਲੇ। ਬਸ ਇਸੇ ਤਰ੍ਹਾਂ ਇੱਕ ਚੈਨ ਜਿਹੜੀ ਹੈ ਚੱਲੀ ਜਾ ਰਹੀ ਹੈ। ਹੁਣ ਬੀਜ ਦੀ ਮੌਤ ਹੋਈ, ਬੀਜ ਨੂੰ ਧਰਤੀ ਦੇ ਹਵਾਲੇ ਕੀਤਾ, ਉਹਦੀ ਮੌਤ ਹੋਈ ਨਹੀਂ। ਬੀਜ ਨੇ ਆਪਣਾ ਆਪਾ ਸਮਰਪਿਤ ਕਰ ਦਿੱਤਾ। ਜਦੋਂ ਆਪਣਾ ਆਪਾ ਸਮਰਪਿਤ ਕੀਤਾ ਤੇ ਉਹ ਕਰੁੰਬਲ ਦੇ ਰੂਪ ਵਿੱਚ ਸਾਹਮਣੇ ਆਇਆ। ਹੌਲੀ ਹੌਲੀ ਉਹ ਕਰੁੰਬਲ ਵੱਧਦੀ ਗਈ, ਉਹਦੇ ਨਾਲ ਹੋਰ ਕਰੁੰਬਲਾਂ ਉਗਦੀਆਂ ਚਲੀਆਂ ਗਈਆਂ, ਹੋਰ ਕਰੁੰਬਲੀਆਂ ਉਸ ਡਾਲੀ ਦੇ ਉੱਤੇ ਨਿਕਲਦੀਆਂ ਚਲੀਆਂ ਗਈਆਂ, ਫਿਰ ਪੱਤੇ ਨਿਕਲੇ। ਬੀਜ ਨੇ ਕਰੁੰਬਲਾਂ ਦਾ ਰੂਪ ਧਾਰਨ ਕੀਤਾ, ਫਿਰ ਡਾਲੀਆਂ ਦਾ ਰੂਪ ਧਾਰਨ ਕੀਤਾ, ਫਿਰ ਪੱਤਿਆਂ ਦਾ ਰੂਪ ਧਾਰਨ ਕੀਤਾ, ਫੁੱਲ ਤੋਂ ਬਾਅਦ ਫਿਰ ਫਲ ਦਾ ਰੂਪ ਧਾਰਨ ਕੀਤਾ, ਫਿਰ ਪੱਕ ਕੇ ਗਿਰਿਆ। ਕਿਤੇ ਵੀ ਉਹਦੀ ਮੌਤ ਨਹੀਂ ਹੋਈ ਬੀਜ ਦੀ, ਬਲਕਿ ਪਰਿਵਰਤਨ ਹੋਇਆ। ਉਹ ਬੀਜ ਆਕਾਰ ਬਦਲਦਾ ਚਲਾ ਗਿਆ। ਹੁਣ ਇੱਕ ਦਲੀਲ ਮੈਂ ਹੋਰ ਦੇਵਾਂਗਾ ਆਪ ਜੀ ਨੂੰ। ਹੁਣ ਪਹਾੜਾਂ ਤੋਂ ਇੱਕ ਨਿੱਕੀ ਜਿਹੀ ਬੂੰਦ ਥੱਲੇ ਗਿਰੀ, ਉਸਨੇ ਝਰਨੇ ਦਾ ਰੂਪ ਧਾਰਨ ਕੀਤਾ। ਕਿ ਉਹ ਬੂੰਦ ਪਹਾੜਾਂ ਤੋਂ ਜਦੋਂ ਨੀਚੇ ਗਿਰੀ ਤੇ ਉਹ ਮਰ ਗਈ, ਖਤਮ ਹੋ ਗਈ, ਉਸ ਦਾ ਵਜੂਦ ਖਤਮ ਹੋ ਗਿਆ? ਨਹੀਂ, ਝਰਨੇ ਦੇ ਰੂਪ ਵਿੱਚ ਉਹਦਾ ਵਜੂਦ ਸਾਹਮਣੇ ਆਇਆ। ਤੇ ਜਦੋਂ ਝਰਨਾ ਧਰਤੀ ਤੇ ਉਤਰਿਆ ਤੇ ਛੋਟੇ ਜਿਹੇ ਦਰਿਆ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਇਆ। ਹੁਣ ਝਰਨਾ ਮਰ ਗਿਆ ਥੱਲੇ ਆ? ਨਹੀਂ, ਝਰਨੇ ਨੇ ਦਰਿਆ ਦਾ ਰੂਪ ਧਾਰਨ ਕੀਤਾ ਤੇ ਦਰਿਆ ਅੱਗੇ ਚੱਲਿਆ, ਵੱਡੀ ਨਦੀ ਦਾ ਰੂਪ ਉਹਨੇ ਧਾਰਨ ਕੀਤਾ। ਵੱਡੀ ਨਦੀ ਨੇ ਅੱਗੇ ਚੱਲ ਕੇ ਸਮੁੰਦਰ ਦੇ ਵਿੱਚ ਉਹਦਾ ਮਿਲਾਨ ਹੋਇਆ। ਕਿਤੇ ਵੀ ਬੂੰਦ ਦੀ ਮੌਤ ਹੋਈ? ਹੁਣ ਬੂੰਦ ਝਰਨਾ ਬਣੀ, ਝਰਨੇ ਤੋਂ ਬਾਅਦ ਦਰਿਆ ਬਣਿਆ, ਦਰਿਆ ਤੋਂ ਬਾਅਦ ਨਦੀ ਬਣੀ, ਨਦੀ ਤੋਂ ਬਾਅਦ ਜਾ ਕੇ ਸਮੁੰਦਰ ਦਾ ਰੂਪ ਉਹਨੇ ਧਾਰਨ ਕੀਤਾ। ਕਿਤੇ ਵੀ ਉਸ ਬੂੰਦ ਦੀ ਮੌਤ ਸਾਨੂੰ ਨਜ਼ਰ ਆ ਰਹੀ ਹੈ? ਨਹੀਂ, ਉਹ ਬੂੰਦ ਨੇ ਆਪਣਾ ਆਕਾਰ ਬਦਲਿਆ, ਪ੍ਰਕਿਰਿਆ ਬਦਲਦੀ ਚਲੀ ਗਈ, ਇੱਕ ਚੈਨ ਬਣਦੀ ਚਲੀ ਗਈ। ਬੂੰਦ ਤੋਂ ਝਰਨਾ ਬਣਿਆ, ਝਰਨੇ ਤੋਂ ਦਰਿਆ ਬਣਿਆ, ਦਰਿਆ ਤੋਂ ਨਦੀ ਬਣੀ, ਨਦੀ ਤੋਂ ਅੱਗੇ ਚੱਲ ਕੇ ਸਮੁੰਦਰ ਬਣਿਆ। ਉਹੀ ਸਮੁੰਦਰ ਤੋਂ ਉੱਠੀ ਹੋਈ ਬੂੰਦ ਜਿਹੜੀ ਹੈ ਵਾਸ਼ਪ ਬਣ ਕੇ ਬੱਦਲਾਂ ਵੱਲ ਗਈ, ਬੱਦਲ ਤੋਂ ਜਦੋਂ ਵਰਖਾ ਆਈ ਫਿਰ ਉਹ ਪਹਾੜਾਂ ਤੇ ਗਿਰੀ ਤੇ ਪਹਾੜਾਂ ਤੋਂ ਬੂੰਦ ਨੀਚੇ ਆਈ। ਹੈ ਨਾ ਇੱਕ ਚੈਨ?
ਕਿਤੇ ਵੀ ਬੂੰਦ ਦੀ ਮੌਤ ਨਜ਼ਰ ਆ ਰਹੀ ਹੈ। ਪਿਆਰੋ, ਜੇ ਇਸ ਪੂਰੀ ਗੱਲ ਨੂੰ ਸਮਝਣਾ ਹੈ ਕਿ ਮੌਤ ਸੰਸਾਰ ਦੇ ਅੰਦਰ ਹੈ ਜਾਂ ਨਹੀਂ, ਮੈਂ ਇਹਦੇ ਤੇ ਇੱਕ ਵੀਡੀਓ ਬਣਾਈ ਹੋਈ ਹੈ, ਮੈਂ ਈ ਕਾਰਡ ਦੇ ਵਿੱਚ ਉੱਪਰ ਵੀਡੀਓ ਦੇ ਦਿਆਂਗਾ। ਆਪ ਜੀ ਉਹ ਵੀਡੀਓ ਜ਼ਰੂਰ ਸਰਵਣ ਕਰਨੀ। ਬੜੀ ਰੋਚਕ ਵੀਡੀਓ ਹੈ ਮੌਤ ਦੇ ਉੱਤੇ, ਤੇ ਔਰ ਮੌਤ ਦੇ ਵਿੱਚੋਂ ਹੀ, ਮੌਤ ਨੂੰ ਮਾੜਾ ਨਾ ਸਮਝਣਾ, ਮੌਤ ਦੇ ਵਿੱਚੋਂ ਹੀ ਸਾਨੂੰ ਜੀਵਨ ਮਿਲਣਾ। ਤੇ ਸਤਿਗੁਰ ਕਹਿੰਦੇ ਕੋਈ ਇਸ ਪ੍ਰਕਿਰਿਆ ਨੂੰ ਵੇਖ ਕੇ ਉਹਦੇ ਗੁਣ ਗਾਇਨ ਕਰੇ। ਦੇਖੋ, ਮੌਤ ਤੇ ਹੈ ਹੀ ਕੋਈ ਨਹੀਂ। ਸਤਿਗੁਰ ਨੇ ਬਾਣੀ ਦੇ ਅੰਦਰ ਵੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ, ਨੈ ਕੋ ਮੁਆ न मरने जोग, न बिनसै अबनासी होग, को नानक गुर परम चुकाया, ना कोई मरे न आवे जाया। कहो नानक गुर परम चुकाया, ना कोई मरे ना आवे जाया। पातशाह जी कहते न कि जन्मे न किछ मरे, आपन चलत आप ही करे। कि संसार के अंदर ना कोई मुरा ते ना कोई मरदा है, वो अबनासी बिनसत नाही, ना को आवे ना को जाए। कहणगे ना कोई आउंदा है, ना संसार तो कोई जाउंदा है। ये प्रक्रिया इसे तरह चलती रहती है, ते कोई इस प्रक्रिया नूं वेख के उहदे गुण गायन करे। गावे को जापे दिसे दूर, गावे को वेखे हादरा दूर। गावे को जापे दिसे दूर, कोई उसकी इस गल नूं वेख के उहदे गुणां नूं गा रहा है कि वह परमात्मा दूर है, किसी नूं दूर जापदा है। गावे को वेखे हादरा दूर, ते कोई वेखदा है कि वह परमात्मा हदूर है, बड़ा नेड़े है। हुण भगत नामदेव जी ने बड़ी सुंदर गल कीती है इस गल दी कि कोई आखदा है परमात्मा दूर है, कोई आखदा है नेड़े है। भगत नामदेव जी कहंदे ने ये ते गल इस तरह हो गई कि कोई आखे कि मच्छी खजूर दे पेड़ ते जा चढ़ी, कहने ये ते गल इस तरह हो गई। कोई बोले निर्वाह, कोई बोले दूर, जल की मछली चढ़े खजूर। भगत नामदेव जी कहते काहे रे बकवाद लायो, जिन हर पायो तिने छपायो। कह लगे जिन्हें हरि नूं पाया वो ते हरि दी गल दस ही नहीं सकदा, उन्हें ते हरि नूं छुपा लिया अपने अंदर। क्योंकि जदों किसी गल की प्राप्ति हो जाए ना, अगर उसकी वडियाई असीं करन लग जाइए, तो प्रचार करन लग जाइए, तो तत्त खत्म हो जाता है, तत्त समाप्त हो जाता। पातशाह जी कहते जे सतगुर की वडियाई तैनूं मिली है, गुरु की वडियाई तैनूं मिली है, गुरु के गुण गाउण का समा तैनूं मिलिया है, गुरु की बरकत तेरी झोली च कोई पै गई है, तू अटुट समाधि दे विच लीन हो गया, तो उसका प्रगटावा ना करी। उस तत्त नूं जिहड़ा तैनूं मिलिया है, वो पदार्थ जिहड़ा तैनूं मिलिया, उसदा प्रगटावा ना करी, उसदा प्रचार ना करी। जे तू प्रचार कीता ते वो तत्त खत्म हो जाना, समाप्त खत्म हो जाना, वो वडियाई चली जानी है तेरे कोल। कहले जिन्हें हरि नूं पालिया उन्हें छुपाया, उन्हें प्रगट नहीं किया। जिन हर पायो तिने छुपायो, कि जिन्होंने हरि नूं प्राप्त किया वो तो दस ही नहीं सके हरि नेड़े है या हरि दूर है। जिहड़े दस रहे ने उन्होंने प्राप्त नहीं किया, तो उन्हां दी गल इस तरह जिवें कोई कहे कि मच्छी खजूर दे पेड़ ते जा चढ़ी। परमात्मा किन्ना को नेड़े है, परमात्मा किन्ना को नजदीक है। भगत रविदास जी कहते सर कह रविदास हाथ पै नेरे, सहजे होए सोही। कहते वो परमात्मा ते हाथ तो भी नेड़े है, हाथ तो भी नजदीक है। हुण सट लग जाए, पैर दे उत्ते सट लग गई है, ते पैर दे उत्ते सट लगिया अख बाद विच पहुंचदी है वेखण लई, पर पहला हाथ उस पैर नूं फड़ के बह जांदा है। कहते शरीर का सब तो नज़दीकी अंग हथ है, जिहड़ा हर जगह ते पहुंचदा है, इन्ना नेड़े है। पर भगत रविदास जी कहते हैं इस हाथ नालों भी नेड़े है परमात्मा। परमात्मा दूर नहीं है। किसी ने परमात्मा नूं दूर जाने है ते किसी ने नेड़े जाने है। पातशाह जी कहते ईपे बीठल ऊबे बीठल, बीठल बिन संसार नहीं। कहते हर थां ते वो बीठल वसदा है, बीठल तो बिना ते संसार ही कोई नहीं है, परमात्मा तो बिना ते संसार ही कोई नहीं है। परमात्मा दे हर एक दे हिरदे दे अंदर बैठे। किसी ने वेख लिया तो किसी को वेखना नहीं आया, ते जिन्हें वेख लिया वो वर्णन ही नहीं कर सकिया, वो दस ही नहीं सकिया, ਉਹਦੀ व्याख्या नहीं कर सकिया। ਜਿਹੜੇ व्याख्या कर रहे ने उन्होंने प्राप्त ही हले नहीं किया, उन्होंने प्राप्त ही नहीं किया। बस वो अपने आप को वडियाउण की कोशिश कर रहे हैं कि असीं कुछ जान लिया, असीं कुछ जान लिया। मैंने ज्ञानी संत सिंह मस्कीन साहब जी की गल याद आ गई कि वो क्या करते सन। कई लोग उन्होंने कथा सुन के, उन्होंने विचार सुन के पहुंच गए, गुणा का मुजस्मा बन गए, गुणा का खजाना बन गए। लिप मिली सी, समाधि मिली सी, उहदे विच लीन हो गए। मैं एक उदाहरण देंगा, कानपुर के
ਬਾਬਾ ਬਹਾਦਰ ਸਿੰਘ ਜੀ ਦੀ, ਜਿਹੜੇ ਅੰਤ ਸਮੇਂ ਤੱਕ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹੇ, ਕਿਰਤਕਾਰ ਵੀ ਕਰਦੇ ਰਹੇ ਔਰ ਲੀਨ ਵੀ ਰਹੇ। ਕਹਿੰਦੇ ਕਿ ਕਈ ਬੰਦੇ ਪਹੁੰਚ ਗਏ ਨੇ ਕਥਾ ਸੁਣ ਕੇ। ਮਸਕੀਨ ਜੀ ਕਿਆ ਕਰਦੇ ਸਨ ਕਿ ਕਈ ਬੰਦੇ ਮੇਰੀ ਕਥਾ ਸੁਣ ਕੇ, ਵਿਚਾਰ ਸੁਣ ਕੇ ਪਹੁੰਚ ਗਏ ਨੇ, ਪਰ ਜੇ ਤੁਸੀਂ ਕਹੋ ਕਿ ਮਸਕੀਨ ਪਹੁੰਚਿਆ ਹੋਵੇ ਤੇ ਮਸਕੀਨ ਹਾਲੇ ਤੱਕ ਨਹੀਂ ਪਹੁੰਚਿਆ। ਮਸਕੀਨ ਤੇ ਉਸ ਪੁਲਿਸ ਕਰਮਚਾਰੀ ਦੇ ਵਾਂਗੂ ਹੈ ਜਿਹੜਾ ਰਾਹ ਦੇ ਵਿੱਚ ਖੜਾ ਹੋਇਆ ਲੋਕਾਂ ਨੂੰ ਇਸ਼ਾਰੇ ਕਰਦਾ ਰਹਿੰਦਾ ਹੈ ਕਿ ਤੁਸੀਂ ਇੱਧਰ ਜਾਓ ਤੇ ਤੁਸੀਂ ਇੱਧਰ ਜਾਓ, ਲੋਕਾਂ ਨੂੰ ਰਾਹ ਦੱਸਦਾ ਰਹਿੰਦਾ, ਪਰ ਆਪ ਉੱਥੇ ਖੜਾ ਰਹਿੰਦਾ। ਕਹਿੰਦੇ ਮੈਂ ਉੱਥੇ ਖੜਾ, ਮੈਂ ਕਿਤੇ ਵੀ ਨਹੀਂ ਪਹੁੰਚਿਆ, ਮੈਂ ਉੱਥੇ ਹੀ ਖੜਾ, ਲੋਕ ਪਹੁੰਚ ਗਏ ਨੇ ਕਥਾ ਸੁਣ ਕੇ, ਮੈਂ ਉਹਦਾ ਰੂਪ ਨਹੀਂ ਹੋ ਸਕਿਆ। ਭਾਵ ਜਿੰਨੇ ਕੁਝ ਪਾ ਲਿਆ ਉਹ ਦੱਸ ਹੀ ਨਹੀਂ ਸਕਿਆ ਉਹਦੀ ਵਡਿਆਈ ਨੂੰ, ਉਹਦੇ ਗੁਣਾਂ ਨੂੰ ਬਿਆਨ ਹੀ ਨਹੀਂ ਕਰ ਸਕਿਆ। ਉਹਨੇ ਇਹੀ ਕਿਹਾ ਕਿ ਮੈਂ ਜਾਣਿਆ ਹੀ नहीं है। किसी ने बड़ा सुंदर किया, इल्म से जाना था कुछ जानेंगे हम, जाना तो यही जाना कि कुछ भी ना जाना हमने। कि इलम प्राप्त किया, कई इलम प्राप्त करके हंकारी बन जाते हैं, कई इलम प्राप्त करके कहते हैं असी तो कुछ जान ही नहीं सके। ये विद्या इन्नी को गहरी है, इन्नी को बेखम है कि यदा था ही नहीं पाया जा सकता, असी तो एक किणका भी प्राप्त नहीं किया। कथना कथी ना आवे तोड़, कथ कथ कथी कोटि कोट कोट। कितने लोग संसार के अंदर आए, कितने लोग संसार तो चले गए, उसनू कथदे कथदे, पर कोई भी ओदी वड्याई नू कथन ना कर सकिया। भी तेरी कीमत ना पवे। कि लोग संसार के अंदर बड़े आए, कथन लगे, पर कथनिया कथनिया संसार तो चले गए, पर ओदा पारावार नहीं पा सके, उन्होंने मुकम्मल तौर पर बयान नहीं कर सके। देंदा दे लैंदे थक पाही, जुगा जुगंतर खाही खाए। जो परिपूर्ण परमात्मा दाता दे रहे, लैंदे थक पाही। कह लगे एक लोग संसार तो चले गए ने दाता लैंदे लैंदे, पर ओदियां दाता नहीं मुक्कियां, ओदियां दाता भरपूर ने। क्योंकि आप वचन पढ़ते हैं, दद्दा दाता एक है सबको देवनहार, देंदिया तोट ना आवे अगनत भरे भंडार। ਉਹਦੇ ਭੰਡਾਰੇ ਬੇਅੰਤ ਨੇ ਭਰੇ ਹੋਏ ਨੇ ਤੇ ਉਹਦੇ ਭੰਡਾਰਿਆਂ ਦੀ ਥਾਂ ਨਹੀਂ ਪਾਈ ਜਾ ਸਕਦੀ। ਲੈਣ ਵਾਲੇ ਤੇ ਸੰਸਾਰ ਤੋਂ ਚਲੇ ਗਏ ਔਰ ਕਈ ਲੈਂਦੇ ਲੈਂਦੇ ਥੱਕ ਗਏ ਨੇ। ਜੀਵਨ ਸਮਾਪਤ ਹੋਣ ਵਾਲਾ ਹੈ ਤੇ ਕਈ ਹੋਰ ਕਤਾਰ ਦੇ ਵਿੱਚ ਖੜੇ ਹੋਏ ਨੇ ਲੈਣ ਲਈ, ਪਰ ਉਹਦੇ ਦਾਤਿਆਂ ਨਹੀਂ ਮੁੱਕੀਆਂ, ਉਹਦੇ ਭੰਡਾਰੇ ਨਹੀਂ ਮੁੱਕੇ, ਉਹਦੇ ਭੰਡਾਰੇ ਅਥਾਹ ਨੇ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਜੁਗਾ ਜੁਗਾ ਤੋਂ ਮਨੁੱਖ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੋਗਦਾ ਆ ਰਿਹਾ, ਖਾਂਦਾ ਆ ਰਿਹਾ। ਇੱਕ ਗੱਲ ਚੇਤੇ ਰੱਖੀਏ, ਜੇ ਦਾਤਾਂ ਲੈ ਰਹੇ ਆ, ਪਦਾਰਥ ਸਾਨੂੰ ਗੁਰੂ ਦੇ ਰਿਹਾ, ਪ੍ਰਮਾਤਮਾ ਦੇ ਰਿਹਾ, ਸਾਡੀ ਹਰ ਇੱਕ ਇੱਛਾ ਪੂਰੀ ਕਰ ਰਿਹਾ, ਤੇ ਇੱਕ ਕਰਮ ਅਸੀਂ ਜ਼ਰੂਰ ਕਰੀਏ। ਉਹ ਕਰਮ ਕਿਹੜਾ ਹੈ ਕਿ ਸੁਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਤੇਰੇ ਹਿਰਦੇ ਵਿੱਚ ਸਿਮਰਨ ਰਵੇ। ਇਹ ਤਿੰਨ ਚੀਜ਼ਾਂ ਸਿੱਖ ਨੂੰ ਦਿੱਤੀਆਂ ਨੇ। ਜੇ ਦਾਤ ਮਿਲ ਜਾਏ ਤਾਂ ਵੀ ਸ਼ੁਕਰਾਨਾ ਕਰਨਾ, ਜੇ ਦਾਤ ਨਹੀਂ ਮਿਲੀ ਤਾਂ ਵੀ ਸ਼ੁਕਰਾਨਾ ਕਰਨਾ ਹੈ ਕਿ ਇਹਦੇ ਵਿੱਚ ਵੀ ਮੇਰਾ ਕੋਈ ਭਲਾ ਹੋਵੇਗਾ ਜਿਹੜੇ ਤੂੰ ਮੈਨੂੰ ਦਾਤ ਨਹੀਂ ਦਿੱਤੀ, ਇਹਦੇ 'ਚ ਮੇਰਾ ਕੋਈ ਭਲਾ ਹੋਵੇਗਾ ਤਾਂ ਮੈਨੂੰ ਤੂੰ ਦਾਤ ਨਹੀਂ ਦਿੱਤੀ, ਤਾਂ ਤੂੰ ਮੈਨੂੰ ਦਾਤ ਨਹੀਂ ਦਿੱਤੀ। ਇਸ ਲਈ ਉਹਦਾ ਸ਼ੁਕਰਾਨਾ ਕਰੀਏ, ਉਹਦੇ ਸ਼ੁਕਰਾਨੇ ਦੇ ਵਿੱਚ ਰਹੀਏ। ਦਿੰਦਾ ਦੇ ਲੈਂਦੇ ਥਕ ਬਾਹੇ, ਜੁਗਾ ਜੁਗੰਤਰ ਖਾਈ ਖਾਏ। ਬੰਦਾ ਜੁਗਾ ਜੁਗਾ ਤੋਂ ਖਾਂਦਾ ਆ ਰਿਹਾ, ਔਰ ਅੱਗੇ ਵੀ ਉਹਦੇ ਭੰਡਾਰੇ ਭਰੇ ਹੋਏ ਨੇ। ਜਿਹੜਾ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰ ਲੈਂਦਾ ਹੈ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ, ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਤੇ ਜਿਹੜਾ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ, ਪਾਤਸ਼ਾਹ ਜੀ ਨੇ ਖਾਦਿਆ ਖਾਂਦਿਆ ਮੂੰਹ ਇਕੱਠਾ, ਪਹਿਨੰਦਿਆ ਸਭ ਅੰਗ, ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਸੱਚ ਨਾ ਲੱਗੋ ਰੰਗ। ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਦਾ ਰੰਗ ਨਹੀਂ ਲੱਗਾ, ਤ੍ਰਿਗ ਉਹਨਾਂ ਦਾ ਜੀਵਨ ਹੈ ਸੰਸਾਰ ਦੇ ਅੰਦਰ, ਤ੍ਰਿਕਾਰ ਹੋ ਗਿਆ ਉਹਨਾਂ ਦਾ ਜੀਵਨ। ਜੇ ਕਿਸੇ ਨੂੰ ਫਟਕਾਰ ਪਾਣੀ ਹੋਵੇ ਨਾ ਤੇ 100 ਗਾਲਾਂ ਕੱਢਣ ਦੀ ਲੋੜ ਨਹੀਂ ਹੈ, 100 ਫੱਕੜ ਤੋਲਣ ਦੀ ਲੋੜ ਨਹੀਂ ਹੈ ਉਸ ਬੰਦੇ ਨੂੰ। ਜੇ ਆਪਣੀ ਜ਼ੁਬਾਨ ਨੂੰ ਗੰਦਾ ਕਰੀਏ, ਗਾਲਾਂ ਕੱਢੀਏ ਤਾਂ ਉਹਨੂੰ ਫਟਕਾਰ ਪਏਗੀ ਕਿ ਨਹੀਂ। ਜੇ ਕਿਸੇ ਬੰਦੇ ਨੂੰ ਤ੍ਰਿਗ ਕਹਿ ਦਿੱਤਾ ਜਾਏ, ਸਤਿਗੁਰ ਕਹਿੰਦੇ ਨੇ 100 ਲਾਹਨਤਾਂ ਉਸ ਮਨੁੱਖ ਨੂੰ ਪੈ ਜਾਂਦੀਆਂ ਨੇ ਜਿਸ ਨੂੰ ਤ੍ਰਿਕਾਰ ਯੋਗ ਕਹਿ ਦਿੱਤਾ ਜਾਏ, ਤ੍ਰਿਗ ਕਹਿ ਦਿੱਤਾ ਜਾਏ। ਇਹ ਸਭ ਤੋਂ ਵੱਡੀ ਗਾਲ ਹੈ। ਤ੍ਰਿਕਾਰਯੋਗ ਜੀਵਨ ਹੈ ਜਿਨ੍ਹਾਂ ਸੱਚ ਨਾ ਲੱਗੋ ਰੰਗ, ਜਿਨ੍ਹਾਂ ਦੇ ਅੰਦਰ ਸੱਚ ਦਾ ਰੰਗ ਨਹੀਂ ਲੱਗਾ। ਇਸ ਲਈ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰੀਏ। ਸਵੇਰੇ ਉੱਠਦੇ ਹਾਂ ਪਹਿਲਾਂ ਉਸ ਪਰਿਪੂਰਨ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਉਹਦਾ ਸ਼ੁਕਰਾਨਾ ਕਰੀਏ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਹੈ, ਕਿ ਰਾਤ ਤੇਰੀ ਕਿਰਪਾ ਦੇ ਵਿੱਚ ਤੇਰੇ ਭਾਣੇ ਦੇ ਅੰਦਰ ਬਤੀਤ ਹੋਈ ਹੈ, ਸਵੇਰ ਹੋਈ ਹੈ,
ਤੇ ਸਵੇਰ ਦੇ ਜਿਹੜੇ ਸਵਾਸ ਦਿੱਤੇ ਨੇ ਇਹ ਤੂੰ ਆਪਣੇ ਭਾਣੇ ਵਿੱਚ ਦਿੱਤੇ ਨੇ, ਤੇਰਾ ਸ਼ੁਕਰੀਆ। ਇਹ ਵੀ ਦਾਤ ਤੇਰੀ ਦਾਤਾ। ਇਹ ਅਰਦਾਸ ਕਰੀਏ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਕਿ ਤੇਰਾ ਦਿੱਤਾ ਹੋਇਆ ਪਦਾਰਥ ਮੈਂ ਖਾ ਰਿਹਾ, ਇਸ ਲਈ ਤੇਰਾ ਸ਼ੁਕਰਾਨਾ। ਤੇਰੇ ਦਿੱਤੇ ਹੋਏ ਸਵਾਸਾਂ ਦੇ ਸਦਕਾ ਅੱਜ ਦਾ ਜੀਵਨ ਮੈਂ ਜੀਣਾ ਹੈ। ਜਿੰਨਾ ਵੀ ਜੀਵਨ ਤੂੰ ਅੱਜ ਦਾ ਮੈਨੂੰ ਬਖਸ਼ਿਸ਼ ਕੀਤਾ ਹੈ, ਤੇਰੇ ਦਿੱਤੇ ਹੋਏ ਸਵਾਸਾਂ ਦੇ ਸਦਕਾ ਹੀ ਹੈ, ਇਸ ਲਈ ਤੇਰਾ ਸ਼ੁਕਰਾਨਾ। ਰੋਜ਼ਾਨਾ ਸ਼ੁਕਰਾਨਾ ਕਰੀ, ਰੋਜ਼ਾਨਾ ਸ਼ੁਕਰਾਨੇ ਦੇ ਅੰਦਰ ਜੁੜੀ। ਸਤਿਗੁਰੂ ਕਹਿੰਦੇ ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਹੁਕਮ ਹੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਬੇਪਰਵਾਹ। ਹੁਕਮ ਹੀ ਹੁਕਮ ਚਲਾਏ ਰਾਹ, ਕਹਿੰਦੇ ਇਹ ਹੁਕਮ ਦਾ ਰਾਹ ਉਸ ਪਰਿਪੂਰਨ ਪ੍ਰਮਾਤਮਾ ਨੇ ਚਲਾਇਆ। ਹੁਣ ਰਾਹ ਦੇ ਨਾਲ ਔਂਕੜ, ਹਾਏ ਦੇ ਥੱਲੇ ਔਂਕੜ, ਇੱਥੇ ਔਂਕੜ ਇੱਕ ਵਚਨ ਪੁਲਿੰਗ ਹੈ, ਇੱਥੇ ਦਾ ਉਚਾਰਨ ਨਹੀਂ ਹੋਏਗਾ। ਇੱਥੇ ਰਾਹੋ ਨਹੀਂ ਪੜਨਾ ਬਲਕਿ ਰਾਹ ਪੜਨਾ। ਹੁਕਮੀ ਹੁਕਮ ਚਲਾਏ ਰਾਹੋ ਨਹੀਂ ਬਲਕਿ ਹੁਕਮੀ ਹੁਕਮ ਚਲਾਏ ਰਾਹ। ਇੱਥੇ ਇੱਕ ਵਚਨ ਹੈ, ਇੱਕ ਰਾਹ ਦੀ ਗੱਲ ਕੀਤੀ ਗਈ ਹੈ, ਪ੍ਰਮਾਤਮਾ ਦੇ ਹੁਕਮ ਦੇ ਚਲਾਏ ਹੋਏ ਰਾਹ ਦੀ ਗੱਲ ਕੀਤੀ ਗਈ। ਤੇ ਜੇ ਕਿਤੇ ਔਂਕੜ ਤੋਂ ਬਿਨਾ ਹੁੰਦਾ ਹਾਹਾ, ਮੁਕਤਾ ਹੁੰਦਾ ਹਾਹਾ ਰਾਰੇ ਦੇ ਨਾਲ, ਤੇ ਪਿਆਰੋ ਇੱਥੇ ਬਹੁਤ ਸਾਰੇ ਰਸਤਿਆਂ ਦੀ ਗੱਲ ਹੋਣੀ ਸੀ, ਬਹੁਤ ਸਾਰੇ ਰਾਹ। ਇੱਥੇ ਇੱਕ ਵਚਨ ਪੁਲਿੰਗੇ, ਇਸ ਕਰਕੇ ਇੱਥੇ ਆਪਾਂ ਇਹਦਾ ਉਚਾਰਨ ਕਰਨਾ, ਹੁਕਮ ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਮੁਕਤਾ ਅੱਖਰ ਆ ਜਾਏਗਾ ਅਖੀਰ ਤੇ ਬਿਨਾ ਔਂਕੜ ਤੋਂ, ਤੇ ਉੱਥੇ ਬਹੁਤ ਸਾਰੇ ਬਹੁਵਚਨ ਹੋਵੇਗਾ। ਤੇ ਜਿੱਥੇ ਅਖੀਰਲੇ ਅੱਖਰ ਦੇ ਨਾਲ ਔਂਕੜ ਆ ਜਾਏਗਾ ਉੱਥੇ ਇੱਕ ਵਚਨ ਹੈ, ਇਹ ਧਿਆਨ ਰੱਖਣਾ, ਇੱਕ ਵਚਨ ਪੁਲਿੰਗ। ਤੇ ਪਾਤਸ਼ਾਹ ਦੇ ਹੁਕਮ ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਕਿ ਉਹ ਇਨਸਾਨ ਬੇਪਰਵਾਹ ਹੋ ਜਾਂਦਾ ਹੈ ਜਿਹੜਾ ਹੁਕਮ ਦੇ ਰਾਹ ਤੇ ਚੱਲਦਾ ਹੈ, ਪ੍ਰਮਾਤਮਾ ਦੇ ਦੱਸੇ ਹੋਏ ਧਰਮ ਦੇ ਰਾਹ ਤੇ ਚੱਲਦਾ ਹੈ, ਉਹ ਬੇਪਰਵਾਹ ਹੋ ਜਾਂਦਾ ਹੈ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਡਾ ਸੰਤ ਬੇਪਰਵਾਹ ਹੈ, ਕਿਸੇ ਨੂੰ ਵੀ ਗਾਲ ਕੱਢ ਦਿੰਦੇ ਨੇ, ਕਿਸੇ ਨੂੰ ਵੀ ਕੁਝ ਕਹਿ ਦਿੰਦੇ ਨੇ, ਕਿਸੇ ਨੂੰ ਵੀ ਕੁਝ ਵੀ ਬੋਲ ਦਿੰਦੇ ਨੇ, ਇੰਨੇ ਬੇਪਰਵਾਹ ਨੇ। ਪਿਆਰੇ ਉਹ ਸੰਤ ਬੇਪਰਵਾਹ ਨਹੀਂ ਹੈ, ਉਹ ਸਾਧ ਬੇਪਰਵਾਹ ਨਹੀਂ ਹੈ ਜਿਹੜਾ ਕਿਸੇ ਨੂੰ ਕੁਝ ਵੀ ਪਕੜ ਤੋਲ ਦੇਵੇ ਜਾਂ ਮੂੰਹ ਕੁਝ ਬੋਲ ਦੇਵੇ। ਉਹ ਬੇਪਰਵਾਹ ਨਹੀਂ ਹੈ ਬਲਕਿ ਉਹ ਲਾਪਰਵਾਹ ਹੈ। ਆਪਣੇ ਘਰ ਤੋਂ ਭੱਜਦਾ ਹੋਇਆ, ਆਪਣੇ ਘਰ ਦੀ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਉਹਨੇ ਚੋਲਾ ਸੰਤਾਂ ਦਾ ਪਾਇਆ। ਉਹਨੂੰ ਬੇਪਰਵਾਹ ਨਹੀਂ ਕਿਹਾ ਜਾ ਸਕਦਾ, ਉਹਨੂੰ ਲਾਪਰਵਾਹ ਕਿਹਾ ਜਾ ਸਕਦਾ ਹੈ। ਬੇਪਰਵਾਹ ਉਹ ਹੈ ਜਿਹੜਾ ਸੱਚ ਦੇ ਉੱਤੇ ਅੜ ਗਿਆ। ਭਾਵ ਜੇ ਸੱਚ ਸਾਹਮਣੇ ਹੈ ਔਰ ਸੱਚ ਦੇ ਕਾਰਨ ਜਿੰਦ ਵੀ ਦੇਣੀ ਪਈ ਹੈ, ਆਪਣੀ ਜਾਨ ਵੀ ਕੁਰਬਾਨ ਕਰਨੀ ਪਈ ਹੈ, ਤਾਂ ਉਹਨੇ ਜਾਨ ਕੁਰਬਾਨ ਕਰ ਦਿੱਤੀ ਹੈ, ਪਰ ਈਨ ਨਹੀਂ ਮੰਨੀ। ਸੱਚ ਦੀ ਖਾਤਰ ਆਪਣਾ ਤਨ ਕਟਾ ਦਿੱਤਾ ਹੈ, ਆਪਣੇ ਬੰਦ ਕਟਾ ਦਿੱਤੇ ਨੇ, ਉਹਨੂੰ ਬੇਪਰਵਾਹ ਕਿਹਾ ਜਾ ਸਕਦਾ। ਅਨਿਆਂ ਦੇ ਸਾਹਮਣੇ ਖੜਾ ਹੋ ਗਿਆ ਸੱਚ ਦੇ ਹੱਕ ਦੇ ਵਿੱਚ, ਉਸ ਨੂੰ ਬੇਪਰਵਾਹ ਕਿਹਾ ਜਾ ਸਕਦਾ। ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ ਹੈ, ਤਨ ਕੁਰਬਾਨ ਹੋ ਗਿਆ ਹੈ, ਤਨ ਕੱਟਿਆ ਗਿਆ, ਤਨ ਬੇਰਾ ਹੋ ਗਿਆ, ਆਪਣਾ ਆਪ ਨਿਛਾਵਰ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਆਪਣਾ ਆਪਾ ਗੁਰੂ ਚਰਨਾਂ 'ਚ ਭੇਟ ਕੀਤਾ ਹੋਇਆ ਸੀ। ਉਹਨਾਂ ਨੇ ਇਸ ਹੁਕਮ ਨੂੰ ਅਪਣਾਇਆ ਹੋਇਆ ਸੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ, ਇਤਮਾਰਕ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। पहला मरण कबूल जीवन की छड़ास, हो सबना की ऋण का तव आओ हमारे पास। सी कि कबीर मोह मरने का चाव है, मरो तर के द्वार, मत और पूछे कौन है परा हमारे बार। उस बंदे नूं बेपरवाह किया जा सकता है। ते जिहड़ा ऐसा बेपरवाह हो जाता है, वो हुक्म दे रस्ते ते चलदा होया अपने जीवन नूं बतीत करता है, ते एक दिन वो सचियार दा रूप हो जाता है। सतगुर कृपा करन, मेहर प्रयात रखन, चढ़दियां कला बख्शिश करन। आप सारियां दा बहुत बहुत धन्यवाद जिन्हां ने असीस सदका ये विचारां साझियां कीतियां ने और आपने बड़े टिक के सरवण किया है। तो जिन्होंने ने इस चैनल को सबसक्राइब किया है उन्होंने का भी धन्यवाद। जिन्होंने ने चैनल सबसक्राइब नहीं किया हाले तक, वो चैनल को सबसक्राइब जरूर कर देना और दास दे नाल इस लड़ी दे विच जुड़े रहना, ताकि आप रल मिल के जन साहब की इस लड़ी नूं संपूर्णता तक विचार सकीए। इहदी थां ते नहीं पाई जा सकती, पर कुछ विचारां जो सतगुरु जी ने बख्शिश कीतियां ने आप जी के आशीर्वाद सदका वही आप जी के नाल साझियां करनियां ने, और आप जी असीस बख्शिश करना, ये लड़ी इस तरह चलती रहे। इतने बचन वाला खिमा दजा चका। बुलाओ फतेह। वाहिगुरू जी का